ਲੰਮੇ ਇਤਿਹਾਸ ਦੇ ਵਿੱਚ ਹੋਇਆ ਕਿ ਪੰਜਾਬੀ ਭਾਸ਼ਾ ਨੂੰ ਮਾਨਤਾ ਮਿਲੀ ਹੈ ਔਰ ਲਿਖਤੀ ਰੂਪ ਦੇ ਵਿੱਚ ਪੰਜਾਬੀ ਪਾਰਲੀਮੈਂਟ ਦੇ ਵਿੱਚ ਪੰਜਾਬੀ ਦੀ ਬੱਲੇ ਬੱਲੇ ਹੋਈ। ਦੁਨੀਆ ਭਰ ਦੇ ਵਿੱਚ ਜਿਹੜਾ 14 ਕਰੋੜ ਪੰਜਾਬੀ ਵਸਦਾ, ਉਹਨਾਂ ਦਾ ਜੇ ਸਿਰ ਉੱਚਾ ਹੋਇਆ ਤੇ ਉਹਦੇ 'ਚ ਮੈਂ ਕਹਿ ਸਕਦਾ ਕਿ ਬਾਬਾ ਬਲਬੀਰ ਸਿੰਘ ਸੀਚੇਵਾਲ ਆ। ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਗਏ ਨੇ, ਉਹਨਾਂ ਦੀ ਯੋਗਤਾ ਪੱਖੋਂ ਕਹਿ ਸਕਦੇ ਕਿ ਉਹਨਾਂ ਦੀ ਘੱਟ ਪੜ੍ਹਾਈ ਸੀ, ਲੇਕਿਨ ਕਿਸੇ ਨੇ ਇਸ ਵੱਲ ਧਿਆਨ ਨਹੀਂ ਕੀਤਾਗਾ। ਮੈਨੂੰ ਪੰਜਾਬੀ 'ਚ ਮਟੀਰੀਅਲ ਨਹੀਂ ਮਿਲਿਆ ਤੇ ਮੇਰਾ ਇੱਥੇ ਆਉਣ ਦਾ ਕੀ ਫਾਇਦਾ। ਇਸ ਤੋਂ ਪਹਿਲਾਂ ਜਿੰਨੇ ਵੀ MP ਪੰਜਾਬ ਤੋਂ ਚੁਣੇ ਜਾਂਦੇ, ਇੱਕ ਉਹ ਰਸਮ ਜੀ ਪੂਰੀ ਕਰਦੇ ਸੀ ਕਿ ਮੈਂ ਸਹੁੰ ਪੰਜਾਬੀ 'ਚ ਚੁੱਕ ਲਈ ਹੈ ਨਾ, ਬਸ ਲੋਕ ਦਿਖਾਵੇ ਵਾਸਤੇ ਕਿ ਪੰਜਾਬ ਦੇ ਲੋਕ ਸਾਨੂੰ ਸੇਵਾ ਨਾ ਕਰਨ ਸਾਡੀ, ਹੈ ਨਾ। ਮੀਮਸ ਵੀ ਬਣੇ ਹੈਗੇ ਨਾ ਟਾਪਾ ਜਾਤਾ ਨਾ ਲਾਂਘਾ ਜਾਤਾ ਨਾ। ਪੰਜਾਬ ਦੇ ਪ੍ਰਾਈਵੇਟ ਸਕੂਲ ਹੋਣ ਤੇ ਚਾਹੇ ਗੈਰ ਸਰਕਾਰੀ ਨੇ ਚਾਹੇ ਸਰਕਾਰੀ ਨੇ, ਉਸ ਦੇ ਵਿੱਚ ਵੀ ਪੰਜਾਬੀ ਨੂੰ ਪਹਿਲ ਮਿਲੇ, ਇਸ ਬਾਰੇ ਵੀ ਹੁਣ ਸਿੱਖਣਾ ਚਾਹੀਦਾ ਲੱਗਦਾ। ਸਰਕਾਰਾਂ ਦੀ ਨੀਅਤ ਬੜੀ ਖੋਟੀ ਹੈ, ਕਿਉਂਕਿ ਬਹੁਤੇ ਜਿਹੜੇ ਸਕੂਲ ਆ ਕਈ ਪਬਲਿਕ ਸਕੂਲ ਪੋਲੀਟੀਸ਼ੀਅਨਾਂ ਦੇ ਅੱਗੇ। ਜਿਹੜਾ ਵੀ ਸਕੂਲ, ਚਾਹੇ ਉਹ ਪਬਲਿਕ ਸਕੂਲ ਹੈ ਚਾਹੇ ਕਨਵੈਂਟ ਸਕੂਲ ਹੈ, ਤਾਂ ਜਿੱਥੇ ਪੰਜਾਬੀ ਬੋਲਣ ਤੇ ਪੜ੍ਹਨ ਤੇ ਲਿਖਣ ਦੇ ਜੁਰਮਾਨੇ ਲੱਗਦੇ, ਉਹਨਾਂ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਆ। ਵੀ ਜੇ ਕਿਸੇ ਕਨਵੈਂਟ ਸਕੂਲ ਨੂੰ ਜ਼ਿਆਦਾ ਹਿੰਦੀ ਔਰ ਅੰਗਰੇਜ਼ੀ ਦਾ ਬੁਖਾਰ ਚੜ੍ਹਿਆ ਜਾਂ ਕਿਸੇ ਨੂੰ ਸੰਸਕ੍ਰਿਤ ਦਾ ਬੁਖਾਰ ਚੜ੍ਹਿਆ, ਉਹ ਜਾ ਕੇ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਜਿਹੜੇ ਹੈਗੀ ਹਿੰਦੀ ਬੈਲਟ ਉੱਤੇ ਖੋਲ੍ਹ ਲੈਣ ਸਕੂਲ। ਸੂਬੇ ਹੀ ਭਾਸ਼ਾ ਦੇ ਆਧਾਰ ਤੇ ਵੰਡੇ ਗਏ ਸੀ। ਜੇ ਉਹ ਬੱਚਿਆਂ ਨੂੰ ਜੁਰਮਾਨਾ ਲਾਉਂਦੇ ਹੈਗੇ ਨੇ ਤੇ ਫਿਰ ਸਕੂਲ ਵਾਲਿਆਂ ਨੂੰ ਕਿਉਂ ਨਹੀਂ ਜੁਰਮਾਨਾ ਲੱਗਦਾ ਕਿ ਅਗਲੀ ਵਾਰ ਤੁਹਾਡੀ ਜਿਹੜੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈਗੀ ਆ। ਔਰ ਇਸ ਕਰਕੇ ਉਹਨਾਂ ਦੇ ਸਕੂਲਾਂ ਨੂੰ ਸਰਕਾਰ ਨੂੰ ਸਖਤੀ ਕਰਨ ਦੀ ਜ਼ਰੂਰਤ ਆ। ਲੇਕਿਨ ਇਹ ਹਜੇ ਤੱਕ ਪੰਜਾਬ ਨੇ ਐਕਟ ਤੇ ਬਣਾਇਆ। ਲਕਸ਼ਮਣ ਸਿੰਘ ਗਿੱਲ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ 2008 ਵਿੱਚ ਉਹਦੀ ਸੋਧ ਕਰ ਲਈ ਤੇ ਕਿਸੇ ਨੇ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਗਾ। ਆਟੋਮੈਟਿਕ ਪੰਜਾਬ 'ਚ ਪੰਜਾਬੀ ਲਾਗੂ ਹੋ ਜੂਗੀ, ਲੇਕਿਨ ਉਸ ਵਾਸਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਹਲੂਣਾ ਦੇਣ ਦੀ ਜ਼ਰੂਰਤ ਹੈ। ਭਗਵੰਤ ਮਾਨ ਹੁਣ ਵੀ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਆਏ ਨੇ, ਸਰਕਾਰੀ ਕਾਲਜਾਂ 'ਚੋਂ ਪੜ੍ਹ ਕੇ ਆਏ ਨੇ, ਉਹਨਾਂ ਨੂੰ ਪਤਾ ਪੰਜਾਬੀ ਮਾਂ ਬੋਲੀ ਦਾ ਇਸ ਸਮੇਂ ਹਾਲਾਤ ਕੀ ਆ। ਤੇ ਮੈਨੂੰ ਲੱਗਦਾ ਆਟੋਮੈਟਿਕ ਹੀ ਲੈਂਗੁਏਜ ਜਿਹੜੀ ਆ ਉਹ ਲਾਗੂ ਹੋ ਜਾਏਗੀ। ਭੁਪਿੰਦਰਜੀਤ ਕੌਰ ਹੀ ਉਹਨਾਂ ਨੇ ਸਖਤੀ ਕੀਤੀ, ਉਹਨਾਂ ਕੋਲ ਜਿਹੜੀ ਫਾਈਲ ਆਉਂਦੀ ਹੁੰਦੀ ਸੀ ਅੰਗਰੇਜ਼ੀ ਦੇ ਵਿੱਚ, ਉਹ ਵਾਪਸ ਭੇਜ ਦਿੰਦੇ, ਚੱਲ ਅਫਸਰ ਨੂੰ ਕਹਿੰਦੇ ਚੱਲ ਭੱਜਾ ਪੰਜਾਬੀ 'ਚ ਲੈ ਕੇ ਆ। ਕਈ ਕਾਂਗਰਸ ਦੇ ਤੇ ਅਕਾਲੀ ਦਲ ਦੇ ਮੰਤਰੀ ਹੈਗੇ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਹੈਗੀ ਆ, ਪਰ ਉਹ ਮੰਤਰੀ ਬਣ ਗਏ ਸੀ। ਪ੍ਰੋਗਰਾਮ 16 ਨੇ ਸੱਚ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਹਿਮ ਨੁਕਤਿਆਂ ਤੇ। ਇੱਕ ਤੇ ਪਾਰਲੀਮੈਂਟ ਦੇ ਵਿੱਚ ਸਰਦ ਰੁੱਤ ਇਜਲਾਸ ਦੇ ਵਿੱਚ ਜਿਹੜਾ ਦਸਤਾਵੇਜ਼ ਮੁਹੱਈਆ ਕਰਵਾਏ ਜਾਂਦੇ ਨੇ ਰਾਜ ਸਭਾ ਮੈਂਬਰਾਂ ਨੂੰ, ਲੋਕ ਸਭਾ ਮੈਂਬਰਾਂ ਨੂੰ, ਉਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਦੇ ਵਿੱਚ ਹੋਇਆ, ਕਿਉਂਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਦਾ ਚੁੱਕਿਆ ਸੀ, ਪਹਿਲਾਂ ਸਪੀਕਰ ਕੋਲੋਂ ਕਹਿ ਚੁੱਕੇ ਸੀ, ਤੇ ਇਸ ਵਾਰ ਪਹਿਲੀ ਵਾਰ ਲੰਮੇ ਇਤਿਹਾਸ ਦੇ ਵਿੱਚ ਹੋਇਆ ਕਿ ਪੰਜਾਬੀ ਭਾਸ਼ਾ ਨੂੰ ਮਾਨਤਾ ਮਿਲੀ ਹੈ ਔਰ ਲਿਖਤੀ ਰੂਪ ਦੇ ਵਿੱਚ ਪੰਜਾਬੀ ਪਾਰਲੀਮੈਂਟ ਦੇ ਵਿੱਚ ਪੰਜਾਬੀ ਦੀ ਬੱਲੇ ਬੱਲੇ ਹੋਈ। ਔਰ ਦੂਸਰਾ MCD ਦੇ ਵਿੱਚ ਆਪ ਦਾ ਝਾੜੂ ਚੱਲਿਆ ਔਰ 15 ਸਾਲਾਂ ਬਾਅਦ ਕਿਲਾ ਢਹਿ ਗਿਆ ਭਾਜਪਾ ਦਾ। ਇਸ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਦੋ ਮਸਲਿਆਂ ਤੇ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ, ਇੱਕ ਤਾਂ ਬੜੀ ਵੱਡੀ ਜਿੱਤ ਪੰਜਾਬੀ ਦੀ ਹੋਈ ਹੈ ਕਿਉਂਕਿ ਲਿਖਤੀ ਰੂਪ 'ਚ ਪਹਿਲੀ ਵਾਰੀ ਹੋਇਆ ਕਿ ਪਾਰਲੀਮੈਂਟ 'ਚ ਦਸਤਾਵੇਜ਼ ਮੁਹੱਈਆ ਕਰਾਏ ਗਏ। ਦੂਜਾ MCD ਵਿੱਚ ਜਿਹੜਾ ਭਾਜਪਾ ਦਾ ਕਿਲਾ ਢਹਿ ਗਿਆ ਤੇ ਆਪ ਦੀ ਬੱਲੇ ਬੱਲੇ ਹੋ ਗਈ। ਬਿਲਕੁਲ, ਅਗਰ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਜਾਵੇ ਤੇ ਸਮੁੱਚੇ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਦੇ ਵਿੱਚ ਜਿਹੜਾ 14 ਕਰੋੜ ਪੰਜਾਬੀ ਵਸਦਾ, ਉਹਨਾਂ ਦਾ ਜੇ ਸਿਰ ਉੱਚਾ ਹੋਇਆ ਤੇ ਉਹਦੇ 'ਚ ਮੈਂ ਕਹਿ ਸਕਦਾ ਕਿ ਬਾਬਾ ਬਲਬੀਰ ਸਿੰਘ ਸੀਚੇਵਾਲ ਆ, ਜਿਨ੍ਹਾਂ ਨੇ ਮੁੱਦਾ ਉਠਾਇਆ ਸੀ ਕਿ ਪੰਜਾਬੀ ਇੱਥੇ ਹੋਣੀ ਚਾਹੀਦੀ ਹੈ, ਕਿਉਂਕਿ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਜਾਂ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਹ ਆਪਣੀ ਮਦਰ ਟੰਗ ਵਾਸਤੇ ਮਾਂ ਬੋਲੀ ਵਿੱਚ ਤੇ ਬੋਲ ਸਕਣ, ਉਹ ਤਾਂ ਉਹਨਾਂ ਨੂੰ ਮਟੀਰੀਅਲ ਮਿਲ ਸਕੇ। ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਔਰ ਰਾਜ ਸਭਾ ਨੇ ਵੀ ਜਿਹੜੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਮੰਗ ਪ੍ਰਵਾਨ ਕੀਤੀ ਆ, ਇਹ ਵਧੀਆ ਗੱਲ ਆ। ਔਰ ਇਹੀ ਗੱਲ ਕਿ ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਗਏ ਨੇ, ਉਹਨਾਂ ਦੀ ਯੋਗਤਾ ਪੱਖੋਂ ਕਹਿ ਸਕਦੇ ਕਿ ਉਹਨਾਂ ਦੀ ਘੱਟ ਪੜ੍ਹਾਈ ਸੀ, ਲੇਕਿਨ ਕਿਸੇ ਨੇ ਇਸ ਵੱਲ ਧਿਆਨ ਨਹੀਂ ਕੀਤਾ ਗਾ। ਔਰ ਬਾਬਾ ਸੀਚੇਵਾਲ ਨੇ ਅਗਰ ਉੱਥੇ ਕੀਤਾ ਕਿ ਜੀ ਮੈਂ ਜੇ ਆਪਣੇ ਪੰਜਾਬ ਦੀ ਗੱਲ ਨਹੀਂ ਕਰ ਸਕਿਆ ਪੰਜਾਬੀ ਮਾਂ ਬੋਲੀ 'ਚ, ਜਾਂ ਦੂਜਾ ਮੈਨੂੰ ਪੰਜਾਬੀ 'ਚ ਮਟੀਰੀਅਲ ਨਹੀਂ ਮਿਲਿਆ ਤੇ ਮੇਰਾ ਇੱਥੇ ਆਉਣ ਦਾ ਕੀ ਫਾਇਦਾ। ਔਰ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਔਰ ਪਾਰਲੀਮੈਂਟ ਦੇ ਵਿੱਚ ਵੀ ਔਰ ਬਾਕੀ ਵੀ ਜਿਹੜੇ ਲੋਕ ਹੋਣਗੇ, ਹੈ ਨਾ। ਜੇ ਤੁਹਾਨੂੰ ਮਟੀਰੀਅਲ ਕੇਵਲ ਇੰਗਲਿਸ਼ ਦੇ ਵਿੱਚ ਮਟੀਰੀਅਲ ਆਉਂਦਾ, ਹਿੰਦੀ ਦੇ ਵਿੱਚ ਆਉਂਦਾ, ਹਿੰਦੀ ਦੇ ਜਿਹੜੇ ਸ਼ਬਦ ਉਹ ਬੜੇ ਕਹਿ ਸਕਦੇ ਕਿ ਟਿਪੀਕਲ ਸ਼ਬਦ ਹੁੰਦੇ ਨੇ, ਬੜੇ ਔਖੇ ਸ਼ਬਦ ਹੁੰਦੇ, ਉਹ ਬੰਦਾ ਨਹੀਂ ਪੜ੍ਹ ਸਕਦਾ, ਉਹਦੀ ਜਿਹੜੀ ਭਾਵਨਾ ਉਹ ਨਹੀਂ ਸਮਝ ਲੱਗਦੀ ਹੈਗੀ। ਅਤੇ ਜਦੋਂ ਤੁਹਾਡੇ ਸਾਹਮਣੇ ਪੰਜਾਬੀ 'ਚ ਲਿਖਿਆ ਮਟੀਰੀਅਲ ਉਹਨਾਂ ਨੂੰ ਮਿਲੂਗਾ ਅਤੇ ਉਹ ਬਹੁਤ ਵਧੀਆ ਗੱਲ। ਔਰ ਮੈਨੂੰ ਤਾਂ ਇਹ ਹੈ ਕਿ ਪੰਜਾਬ ਵਿਧਾਨ ਸਭਾ ਨੂੰ ਵੀ ਚਾਹੀਦਾ ਕਿ ਇੱਥੇ ਵੀ ਪੂਰਨ ਰੂਪ ਦੇ ਵਿੱਚ ਪੰਜਾਬੀ
ਭਾਸ਼ਾ ਨੂੰ ਲੈ ਕੇ ਹੀ ਸਾਰਾ ਮਟੀਰੀਅਲ ਵੰਡਣਾ ਚਾਹੀਦਾ ਹੈਗਾ। ਹਾਲਾਂਕਿ ਭਗਵੰਤ ਮਾਨ ਹੋਣਾ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗਏ ਨੇ, ਅਨਾਊਂਸਮੈਂਟ ਕਰਕੇ ਆਏ ਨੇ ਕਿ 22 ਫਰਵਰੀ ਤੋਂ ਪਹਿਲਾਂ, ਕਿਉਂਕਿ ਕੌਮਾਂਤਰੀ ਮਾਂ ਬੋਲੀ ਦਿਵਸ ਹੁੰਦਾ, ਉਸ ਤੋਂ ਪਹਿਲਾਂ ਸਾਰਾ ਕੰਮ ਪੰਜਾਬੀ ਵਿੱਚ ਹੋ ਜਾਣਾ ਚਾਹੀਦਾ। ਹਾਲੇ ਤੱਕ ਉਸ ਮੰਗ ਤੇ ਬੂਰ ਨਹੀਂ ਪਿਆ ਗਾ। ਪਰ ਪਾਰਲੀਮੈਂਟ ਦੇ ਵਿੱਚ ਕਹਿ ਸਕਦੇ ਕਿ 1952 ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰ ਪਾਰਲੀਮੈਂਟ ਦੇਸ਼ ਦੀ ਬਣੀ ਹੈ, ਇਸ ਵਾਰ 17ਵੀਂ ਲੋਕ ਸਭਾ ਜਾਂ ਰਾਜ ਸਭਾ, ਤੇ ਉਹ ਉੱਥੇ ਜਾ ਕੇ ਪੰਜਾਬੀ ਦੀ ਗੱਲ ਬਣੀ। ਔਰ ਰਾਜ ਸਭਾ ਦੇ ਵਿੱਚ ਤਾਂ ਹੋ ਗਿਆ, ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ 'ਚ ਮਟੀਰੀਅਲ ਮਿਲਣਾ ਸ਼ੁਰੂ ਹੋ ਚੁੱਕਾ। ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਲੋਕ ਸਭਾ ਦੇ ਵਿੱਚ ਵੀ ਮਿਲਣਾ ਸ਼ੁਰੂ ਹੋ ਗਏ। ਔਰ ਲੋਕ ਸਭਾ ਨੂੰ ਤੇ ਰਾਜ ਸਭਾ ਨੂੰ ਚਾਹੀਦਾ ਹੈਗਾ ਕਿ ਜਿਸ ਭਾਸ਼ਾ ਤੋਂ ਬੰਦਾ, ਜਿਸ ਸਟੇਟ ਤੋਂ ਬੰਦਾ ਆਇਆ, ਉਹਨੂੰ ਉਸੇ ਭਾਸ਼ਾ ਦੇ ਵਿੱਚ ਅਗਰ ਮਟੀਰੀਅਲ ਉਪਲਬਧ ਕਰਵਾਇਆ ਜਾਵੇ ਤੇ ਚੰਗੀ ਗੱਲ ਹੈ। ਇਸ ਤੋਂ ਪਹਿਲਾਂ ਜਿੰਨੇ ਵੀ MP ਪੰਜਾਬ ਤੋਂ ਚੁਣੇ ਜਾਂਦੇ, ਇੱਕ ਉਹ ਰਸਮ ਜੀ ਪੂਰੀ ਕਰਦੇ ਸੀ ਕਿ ਮੈਂ ਸਹੁੰ ਪੰਜਾਬੀ 'ਚ ਚੁੱਕ ਲਈ ਹੈ ਨਾ, ਬਸ ਲੋਕ ਦਿਖਾਵੇ ਵਾਸਤੇ ਕਿ ਪੰਜਾਬ ਦੇ ਲੋਕ ਸਾਨੂੰ ਸੇਵਾ ਨਾ ਕਰਨ ਸਾਡੀ, ਹੈ ਨਾ। ਤੇ ਇਸ ਕਰਕੇ ਉਹ ਪੰਜਾਬੀ 'ਚ ਬੋਲ ਆਉਂਦੇ ਸੀ, ਸਹੁੰ ਚੁੱਕ ਲਈ ਹੈਗੀ, ਮੈਂ ਫਲਾਨਾ ਸੋ ਫਲਾਨਾ ਸੰਵਿਧਾਨ ਦੀ ਸਹੁੰ ਚੁੱਕਦਾ ਹੈਗਾ, ਬਸ ਇੰਨਾ ਕਰ ਆਉਂਦੇ। ਉਸ ਤੋਂ ਬਾਅਦ ਜਾਂ ਉਹ ਹਿੰਦੀ ਬੋਲਦੇ ਸੀ ਜਾਂ ਅੰਗਰੇਜ਼ੀ ਬੋਲਦੇ ਸੀ। ਅੰਗਰੇਜ਼ੀ ਬੋਲਣ ਵਾਲੇ ਘੱਟ, ਤੇ ਜਿਹੜੇ ਆਪਣੇ ਹਿੰਦੀ ਬੋਲਦੇ ਸੀ ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ, ਉਹਨਾਂ ਦੀ ਹਿੰਦੀ ਵੀ ਸਾਰਿਆਂ ਨੂੰ ਪਤਾ ਨਿਆਰੇ ਵਿਆਰੇ ਸੀ ਨਾ ਜੀ। ਬਹੁਤ ਸਾਰਿਆਂ ਦੇ ਬਾਅਦ 'ਚ ਮੀਮਸ ਵੀ ਬਣੇ ਹੈਗੇ ਨਾ ਟਾਪਾ ਜਾਤਾ ਨਾ ਲਾਂਘਾ ਜਾਤਾ ਨਾ। ਤਾਂ ਇਸ ਕਰਕੇ ਇਹਦੇ ਨਾਲ ਬੈਟਰ ਹੀ ਹੈ ਕਿ ਤੁਸੀਂ ਪੰਜਾਬੀ 'ਚ ਗੱਲ ਕਰੋ। ਔਰ ਪੰਜਾਬੀ ਮਾਂ ਬੋਲੀ 'ਚ ਅਗਰ ਤੁਹਾਨੂੰ ਸ਼ਬਦਾਵਲੀ ਜਾਂ ਡਾਕੂਮੈਂਟ ਦਸਤਾਵੇਜ਼ ਮਿਲ ਰਿਹਾ, ਤੇ ਇਸ ਤੋਂ ਮੈਨੂੰ ਲੱਗਦਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਮਾਂ ਬੋਲੀ ਦਾ ਮਹੱਤਵ ਸਮਝਣ ਲਈ ਪਾਰਲੀਮੈਂਟ 'ਚ ਜਿਵੇਂ ਦਸਤਾਵੇਜ਼ ਵੀ ਮੁਹੱਈਆ ਕਰਵਾ ਦਿੱਤੇ ਗਏ ਪੰਜਾਬੀ 'ਚ, ਹੁਣ ਲੱਗਦਾ ਹੈ ਕਿ ਪੰਜਾਬ ਦੇ ਪ੍ਰਾਈਵੇਟ ਸਕੂਲ ਹੋਣ ਤੇ ਚਾਹੇ ਗੈਰ ਸਰਕਾਰੀ ਨੇ ਚਾਹੇ ਸਰਕਾਰੀ ਨੇ, ਉਸ ਦੇ ਵਿੱਚ ਵੀ ਪੰਜਾਬੀ ਨੂੰ ਪਹਿਲ ਮਿਲੇ। ਇਸ ਬਾਰੇ ਵੀ ਹੁਣ ਸਿੱਖਣਾ ਚਾਹੀਦਾ ਲੱਗਦਾ, ਕਿਉਂਕਿ ਹਰ ਵਾਰ ਚੇਤਾਵਨੀ ਦਿੱਤੀ ਜਾਂਦੀ ਹੈ, ਪਰ ਜਦੋਂ ਜ਼ਮੀਨੀ ਪੱਧਰ ਤੇ ਜਾਈਦਾ ਉੱਥੇ ਫਿਰ ਬੱਚਿਆਂ ਨੂੰ ਥੋਪੀ ਜਾਂਦੀ ਹੈ ਹੋਰ ਭਾਸ਼ਾ, ਪਰ ਪੰਜਾਬੀ ਨੂੰ ਪਿੱਛੇ ਰੱਖਿਆ ਜਾਂਦਾ। ਸੰਦੀਪ, ਸਭ ਤੋਂ ਵੱਡੀ ਗੱਲ ਸਰਕਾਰਾਂ ਦੀ ਨੀਅਤ ਬੜੀ ਖੋਟੀ ਹੈ, ਕਿਉਂਕਿ ਬਹੁਤੇ ਜਿਹੜੇ ਸਕੂਲ ਆ, ਕਈ ਪਬਲਿਕ ਸਕੂਲ ਪੋਲੀਟੀਸ਼ੀਅਨਾਂ ਦੇ ਹੈਗੇ, ਕੌਨਵੈਂਟ ਸਕੂਲ ਤੇ ਬਿਲਕੁਲ ਮੰਨਦੇ ਨਹੀਂ ਹੈਗੇ ਲੈਂਗੁਏਜ। ਤੇ ਮੈਨੂੰ ਇਹ ਲੱਗਦਾ ਕਿ ਸਰਕਾਰ ਕੋਲ ਰਾਈਟ ਹੈਗਾ, ਅਧਿਕਾਰ ਨੇ, ਜਿਹੜਾ ਵੀ ਸਕੂਲ, ਚਾਹੇ ਉਹ ਪਬਲਿਕ ਸਕੂਲ ਹੈ ਚਾਹੇ ਕੌਨਵੈਂਟ ਸਕੂਲ ਹੈ, ਉਹਨਾਂ ਨੂੰ ਇਹ ਜਿਹੜਾ ਮਸਲਾ ਜਿੱਥੇ ਪੰਜਾਬੀ ਬੋਲਣ ਤੇ ਪੜ੍ਹਨ ਤੇ ਲਿਖਣ ਦੇ ਜੁਰਮਾਨੇ ਲੱਗਦੇ, ਉਹਨਾਂ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਆ। ਵੀ ਜੇ ਕਿਸੇ ਕੌਨਵੈਂਟ ਸਕੂਲ ਨੂੰ ਜ਼ਿਆਦਾ ਹਿੰਦੀ ਔਰ ਅੰਗਰੇਜ਼ੀ ਦਾ ਬੁਖਾਰ ਚੜ੍ਹਿਆ ਜਾਂ ਕਿਸੇ ਨੂੰ ਸੰਸਕ੍ਰਿਤ ਦਾ ਬੁਖਾਰ ਚੜ੍ਹਿਆ, ਉਹ ਜਾ ਕੇ ਯੂਪੀ, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਜਿਹੜੇ ਹੈਗੀ ਹਿੰਦੀ ਬੈਲਟ, ਉੱਤੇ ਖੋਲ੍ਹ ਲੈਣ ਸਕੂਲ। ਪੰਜਾਬੀ 'ਚ ਤਾਂ ਪੰਜਾਬੀ ਨੂੰ ਪ੍ਰਮੁੱਖਤਾ ਮਿਲਣੀ ਚਾਹੀਦੀ ਹੈ, ਪ੍ਰਾਇਓਰਟੀ ਮਿਲਣੀ ਚਾਹੀਦੀ ਹੈਗੀ, ਪਹਿਲ ਮਿਲਣੀ ਚਾਹੀਦੀ ਹੈਗੀ, ਕਿਉਂਕਿ ਸੂਬੇ ਹੀ ਭਾਸ਼ਾ ਦੇ ਆਧਾਰ ਤੇ ਵੰਡੇ ਗਏ ਸੀ। ਔਰ ਜਿਹੜੇ ਸਕੂਲ ਨਹੀਂ ਕਰਦੇ, ਉਹਨਾਂ ਨੂੰ, ਜੇ ਉਹ ਬੱਚਿਆਂ ਨੂੰ ਜੁਰਮਾਨਾ ਲਾਉਂਦੇ ਹੈਗੇ ਨੇ, ਤੇ ਫਿਰ ਸਕੂਲ ਵਾਲਿਆਂ ਨੂੰ ਕਿਉਂ ਨਹੀਂ ਜੁਰਮਾਨਾ ਲੱਗਦਾ? ਤਾਂ ਉਹਨਾਂ ਨੂੰ ਤਾਂ ਜੁਰਮਾਨਾ ਇਹ ਲਾਉਣਾ ਚਾਹੀਦਾ ਹੈਗਾ, ਵਾਰਨਿੰਗ ਦੇ ਕੇ ਵੀ ਅਗਲੀ ਵਾਰ ਤੁਹਾਡੀ ਜਿਹੜੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈਗੀ ਆ। ਔਰ ਇਸ ਕਰਕੇ ਉਹਨਾਂ ਦੇ ਸਕੂਲਾਂ ਨੂੰ, ਸਰਕਾਰ ਨੂੰ ਸਖਤੀ ਕਰਨ ਦੀ ਜ਼ਰੂਰਤ ਆ। ਲੇਕਿਨ ਇਹ ਹਜੇ ਤੱਕ ਪੰਜਾਬ ਨੇ ਐਕਟ ਤੇ ਬਣਾਇਆ, ਲਕਸ਼ਮਣ ਸਿੰਘ ਗਿੱਲ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ 2008 ਵਿੱਚ ਉਹਦੀ ਸੋਧ ਕਰ ਲਈ ਤੇ ਕਿਸੇ ਨੇ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਗਾ। ਔਰ ਹੁਣ ਜਿਹੜਾ ਭਗਵੰਤ ਮਾਨ ਹੋਣਾ ਨੇ ਜਿਹੜਾ C ਕੈਟਾਗਰੀ ਦੇ ਵਿੱਚ, ਗਰੁੱਪ C ਦੇ ਵਿੱਚ ਕਿਹਾ ਕਿ ਉਹੀ ਨੌਕਰੀ ਰੱਖੀ ਜਾਊਗੀ, ਜਿਹੜੇ ਲਿਖਤੀ ਟੈਸਟ ਇੱਕ ਵੱਖਰਾ ਹੋਊਗਾ, ਜਿਹੜਾ ਘੱਟੋ ਘੱਟ 50% ਨੰਬਰ ਲੈ ਕੇ ਆਉਣ। ਤੇ ਆਪਣੀ ਤੇ ਇਹ ਪੰਜਾਬ ਦੇ ਲੋਕਾਂ ਦੀ ਮੰਗ ਹੋਣੀ ਚਾਹੀਦੀ ਹੈਗੀ ਕਿ ਗਰੁੱਪ C ਕਿਉਂ, ਗਰੁੱਪ A ਔਰ ਗਰੁੱਪ B ਦੇ ਵਿੱਚ ਵੀ ਜਿਹੜੀਆਂ ਅਸਾਮੀਆਂ ਦਾ ਜਦੋਂ ਤੁਸੀਂ ਭਰਤੀ ਕਰਨੀ ਹੈਗੀ ਆ, ਉਹਦੇ ਦੇ ਵਿੱਚ ਵੀ ਲਾਜ਼ਮੀ ਕਰ ਦੇਣਾ ਚਾਹੀਦਾ ਕਿ ਜਿਹੜਾ ਵੀ, ਚਾਹੇ C ਗਰੁੱਪ ਆ, ਚਾਹੇ B ਹੈ, ਚਾਹੇ A ਆ, ਠੀਕ ਹੈ, ਉਹ ਜਿਹੜਾ ਇੱਕ ਰਿਟਨ ਟੈਸਟ ਲਊਗਾ, ਕੋਈ ਵੀ ਲਊਗਾ, ਚਾਹੇ ਕਲਾਸ ਗਰੁੱਪ A B ਦੀਆਂ ਪਬਲਿਕ ਸਰਵਿਸ ਕਮਿਸ਼ਨ ਲੈਂਦਾ ਜਾਂ ਬਾਕੀ ਗਰੁੱਪ C ਦੀਆਂ ਪੰਜਾਬ ਸਟੇਟ ਜਿਹੜਾ ਸਬਆਰਡੀਨੇਟ ਸਿਲੈਕਸ਼ਨ ਬੋਰਡ ਲੈਂਦਾ, ਉਹ ਇੱਕ ਲਿਖਤੀ ਟੈਸਟ ਜਿਹੜੀ ਵੀ ਏਜੰਸੀ ਲਵੇ, ਉਹ 10ਵੀਂ ਦਾ ਜੇ ਗ੍ਰੈਜੂਏਸ਼ਨ ਲੈਵਲ ਤੇ, ਜੇ ਮੰਨ ਲਓ ਜੇ ਕਲਾਸ 2 ਦੀ ਜਾਂ ਕਲਾਸ 1 ਦੀ ਪੋਸਟ ਹੈ, ਉਸ ਪੈਟਰਨ ਦਾ ਪੰਜਾਬੀ ਦਾ ਟੈਸਟ ਹੋਣਾ ਚਾਹੀਦਾ। ਜੇ ਕਲਾਸ C ਦੀ ਆ, ਗਰੁੱਪ C ਦੀ ਆ, ਉਸ ਲੈਵਲ ਦਾ ਟੈਸਟ ਤੇ ਲਾਜ਼ਮੀ ਕਰ ਦਿਓ, ਆਟੋਮੈਟਿਕ ਪੰਜਾਬ 'ਚ ਪੰਜਾਬੀ ਲਾਗੂ ਹੋ ਜੂਗੀ। ਲੇਕਿਨ ਉਸ ਵਾਸਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਹਲੂਣਾ ਦੇਣ ਦੀ ਜ਼ਰੂਰਤ ਹੈ। ਜਿਨ੍ਹਾਂ ਲੋਕਾਂ ਨੇ ਦਿੱਤਾ, ਉਸ ਤੇ ਭਗਵੰਤ ਮਾਨ ਨੇ ਹਾਂ ਕੀਤੀ ਹੈ, ਕਿਉਂਕਿ ਭਗਵੰਤ ਮਾਨ ਹੁਣ ਵੀ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਆਏ ਨੇ, ਸਰਕਾਰੀ ਕਾਲਜਾਂ 'ਚੋਂ ਪੜ੍ਹ ਕੇ ਆਏ ਨੇ, ਤਾਂ ਉਹਨਾਂ ਨੂੰ ਪਤਾ ਪੰਜਾਬੀ ਮਾਂ ਬੋਲੀ ਦੇ ਇਸ ਸਮੇਂ ਹਾਲਾਤ ਕੀ ਆ। ਤੇ ਮੈਨੂੰ ਲੱਗਦਾ ਆਟੋਮੈਟਿਕ ਹੀ ਲੈਂਗੁਏਜ ਜਿਹੜੀ ਆ ਉਹ ਲਾਗੂ ਹੋ ਜਾਏਗੀ। ਔਰ ਪਿੱਛੇ ਜੇ ਜਦੋਂ ਉਪਿੰਦਰਜੀਤ ਕੌਰ ਸੀ, ਉਹਨਾਂ ਨੇ ਸਖਤੀ ਕੀਤੀ, ਉਹਨਾਂ ਕੋਲ ਜਿਹੜੀ ਫਾਈਲ ਆਉਂਦੀ ਹੁੰਦੀ ਸੀ ਅੰਗਰੇਜ਼ੀ ਦੇ ਵਿੱਚ, ਉਹ ਵਾਪਸ ਭੇਜ ਦਿੰਦੇ, ਚੱਲ ਅਫਸਰ ਨੂੰ ਕਹਿੰਦੇ ਚੱਲ ਭੱਜਾ ਪੰਜਾਬੀ 'ਚ ਲੈ ਕੇ ਆ, ਹੈ ਨਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਪੋਲੀਟੀਸ਼ੀਅਨਾਂ ਨੂੰ ਹੋ ਗਿਆ, ਔਰ ਬਹੁਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਮੰਤਰੀ ਨੇ, ਇਹ ਵਾਲੇ ਮੰਤਰੀ ਨੇ ਹਜੇ ਤੱਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ, ਕਈ ਕਾਂਗਰਸ ਦੇ ਤੇ ਅਕਾਲੀ ਦਲ ਦੇ ਮੰਤਰੀ ਹੈਗੇ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਹੈਗੀ ਆ, ਪਰ ਉਹ ਮੰਤਰੀ ਬਣ ਗਏ ਸੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਦ ਤੱਕ ਪੰਜਾਬੀ ਤੁਸੀਂ ਆਪਣੇ ਘਰ ਤੋਂ ਨਹੀਂ ਚਾਲੂ ਕਰਦੇ ਹੈਗੇ, ਤੇ ਉਹ ਬੜੀ ਜ਼ਰੂਰੀ। ਹਾਂ, ਬਾਕੀ ਭਾਸ਼ਾ ਵੀ ਸਿੱਖੋ, ਅੰਗਰੇਜ਼ੀ ਸਿੱਖੋ, ਹਿੰਦੀ ਸਿੱਖੋ, ਪਰ ਇਹ ਨਹੀਂ ਹੈ ਕਿ ਆਪਣੀ ਮਾਂ ਬੋਲੀ ਨੂੰ ਵਿਸਾਰ ਦਿਓ। ਜੀ।
ਇੱਕ ਮਸਲਾ ਐਮਸੀਡੀ ਦਾ ਸਾਰਿਆਂ ਦੀ ਨਜ਼ਰ ਸੀ ਕਿ ਇਸ ਵਾਰੀ ਬਣੇਗਾ ਕੀ, ਕਿਉਂਕਿ 2024 ਬਹੁਤੀ ਦੂਰ ਨਹੀਂ ਹੈ। ਉਸ ਨੂੰ ਲੈ ਕੇ ਵੀ ਕਈ ਕਿਆਸ ਰਾਈਆਂ ਲਾਈਆਂ ਜਾ ਰਹੀਆਂ, ਪਰ ਜਿਸ ਤਰੀਕੇ ਨਾਲ 15 ਸਾਲਾਂ ਤੋਂ ਕਾਬਜ਼ ਸੀ ਭਾਜਪਾ, ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਆਮ ਆਦਮੀ ਪਾਰਟੀ ਨੇ। ਦਾਅਵਾ ਕੀਤਾ ਕਿ ਇਸੇ ਤਰੀਕੇ ਨਾਲ ਅਸੀਂ ਪੂਰੇ ਦੇਸ਼ ਵਿੱਚ ਛਾ ਜਾਣਾ ਹੁਣ, ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਗਏ ਚੇਚੇ ਤੌਰ ਤੇ ਦਿੱਲੀ। ਇਹ ਚੋਣ ਨਤੀਜੇ ਆ ਜਿਹੜੇ ਐਮਸੀਡੀ ਦੇ, ਇਹ ਕਿਸ ਪਾਸੇ ਨੂੰ ਲੈ ਕੇ ਜਾਣਗੇ ਦਿੱਲੀ ਦੀ ਔਰ ਪੂਰੀ ਦੇਸ਼ ਦੀ ਸਿਆਸਤ ਨੂੰ? ਦੇਖੋ ਸੰਦੀਪ, ਸਭ ਤੋਂ ਵੱਡੀ ਗੱਲ ਸਾਨੂੰ ਦਿੱਲੀ ਦੇ ਵੋਟਰਾਂ ਨੂੰ ਸਮਝਣਾ ਪਊਗਾ। ਬੜੇ ਔਖਾ ਸਮਝਣਾ ਹੈਗਾ, ਮੈਨੂੰ ਲੱਗਦਾ ਕਿ ਦਿੱਲੀ ਦੇ ਵੋਟਰ ਨੂੰ ਹਿੰਦੁਸਤਾਨ ਦਾ ਵੋਟਰ ਨਹੀਂ ਸਮਝ ਸਕਦਾ ਹੈਗਾ, ਕਿਉਂਕਿ ਪਲ ਪਲ ਤੇ ਉਹ ਪਲਟੀ ਮਾਰ ਰਹੇ ਨੇ। ਪਲ ਪਲ ਤੇ ਉਹ ਦੇਖਦੇ ਕਿ ਸਾਨੂੰ ਪਾਰਲੀਮੈਂਟ 'ਚ ਕੌਣ ਫਾਇਦਾ ਦੇਊਗਾ, ਵਿਧਾਨ ਸਭਾ 'ਚ ਕੌਣ ਫਾਇਦਾ ਦੇਊਗਾ, ਤੇ ਨਗਰ ਨਿਗਮ ਦੀਆਂ ਚੋਣਾਂ 'ਚ ਕੌਣ ਫਾਇਦਾ ਦੇਊਗਾ। ਦੇਖੋ ਖੂਬਸੂਰਤੀ ਗੱਲ ਆ, 2014 ਦੇ ਵਿੱਚ 7 ਦੀਆਂ 7 ਲੋਕ ਸਭਾ ਮੈਂਬਰ ਕਿਹਦੇ ਕੋਲ ਗਈਆਂ? ਬੀਜੇਪੀ ਕੋਲ ਗਈਆਂ। ਤੇ ਸਰਕਾਰ ਬਣ ਜਾਂਦੀ ਹੈ, ਅੱਗੇ ਜਾ ਕੇ 15 'ਚ ਸਰਕਾਰ ਕਿਹਦੀ ਬਣ ਜਾਂਦੀ ਆ? ਆਪ ਵਾਲਿਆਂ ਦੀ ਸਰਕਾਰ ਬਣ ਜਾਂਦੀ ਹੈ, 3 ਸੀਟਾਂ ਆਉਂਦੀਆਂ ਉਦੋਂ। ਫਿਰ 2019 ਦੇ ਵਿੱਚ ਬੀਜੇਪੀ ਨੂੰ 7 ਦੀਆਂ 7 ਲੋਕ ਸਭਾ ਮਿਲ ਜਾਂਦੀਆਂ ਹੈਗੀਆਂ, ਤੇ ਜਾ ਕੇ ਸਰਕਾਰ ਫਿਰ ਪਾਰਲੀਮੈਂਟ 'ਚ ਕਿਹਦੀ ਬਣ ਜਾਂਦੀ ਹੈਗੀ ਆ? ਆਮ ਆਦਮੀ ਪਾਰਟੀ ਦੀ। ਹੁਣ ਪਿਛਲੇ 15 ਸਾਲ ਤੋਂ ਬੀਜੇਪੀ ਸੀ ਕਾਬਜ਼ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ, ਐਰਕੀ ਉੱਥੇ ਵੀ ਆਪ ਆ ਗਈ। ਮਤਲਬ ਕਿ ਦਿੱਲੀ ਦੀ ਜਨਤਾ ਨੇ ਦੇਖ ਲਿਆ ਕਿ ਅਰਵਿੰਦ ਕੇਜਰੀਵਾਲ ਕੰਮ ਕਰ ਰਹੇ ਨੇ। ਔਰ ਹਮੇਸ਼ਾ ਜਿਹੜਾ ਲੋਕ ਸਭਾ ਦਾ ਮੁੱਦੇ ਹੋਰ ਹੁੰਦੇ ਨੇ, ਲੋਕ ਸਭਾ ਤੇ ਬੀਜੇਪੀ ਨੇ ਇੱਕ ਮੁੱਦਾ ਬਣਾ ਦਿੱਤਾ, ਹਿੰਦੂ ਸਿੱਖ ਦਾ, ਮੁਸਲਮਾਨ ਹਿੰਦੂ ਦਾ ਮੁੱਦਾ ਬਣਾ ਦਿੱਤਾ ਹੈਗਾ, ਔਰ ਪਾਕਿਸਤਾਨ ਤੇ ਭਾਰਤ ਦਾ ਮੁੱਦਾ ਬਣਾ ਦਿੱਤਾ। ਲੋਕਾਂ ਨੂੰ ਉਹ ਗੱਲ ਜੱਚ ਗਈ ਹੈਗੀ ਕਿ ਜੇ ਦੇਸ਼ ਸੁਰੱਖਿਅਤ ਹੈਗਾ ਪਾਕਿਸਤਾਨ ਤੋਂ ਜਾਂ ਮੁਸਲਮਾਨਾਂ ਤੋਂ, ਤੇ ਮੋਦੀ ਸਾਹਿਬ ਆ। ਇਸ ਕਰਕੇ ਮੋਦੀ ਨੂੰ ਅੱਖਾਂ ਬੰਦ ਕਰਕੇ ਲੋਕੀ ਵੋਟਾਂ ਪਾ ਦਿੰਦੇ। ਜਦੋਂ ਵਿਧਾਨ ਸਭਾ ਦੀਆਂ ਵੋਟਾਂ ਆਉਂਦੀਆਂ ਦਿੱਲੀ ਦੀਆਂ, ਲੋਕ ਕਹਿੰਦੇ ਯਾਰ ਬਿਜਲੀ ਪਾਣੀ ਤਾਂ ਸਸਤਾ ਇਹ ਦੇ ਰਹੇ ਨੇ, ਹੈਲਥ ਚੰਗੀ ਇਹ ਦੇ ਰਹੇ ਨੇ, ਸਿੱਖਿਆ ਚੰਗੀ ਇਹ ਦਿੰਦੇ, ਤੇ ਆਪਾਂ ਇਹਨਾਂ ਨੂੰ ਪਾ ਦਿਓ ਆਮ ਆਦਮੀ ਪਾਰਟੀ ਨੂੰ। ਤੇ 15 ਸਾਲ ਤੋਂ ਮੋਦੀ ਸਾਹਿਬ ਕਹਿ ਰਹੇ ਕਿ ਅਸੀਂ ਬੜੀ ਡਿਵੈਲਪਮੈਂਟ ਕੀਤੀ ਆ, ਬੜੀ ਨਾ। ਤੇ 15 ਸਾਲ ਜੋ ਦਿੱਲੀ ਜਿਹੜਾ ਦਿੱਲੀ ਦੇ ਨਕਸ਼ੇ ਤੇ ਗੰਦ ਆ, ਮੈਂ ਦਿੱਲੀ ਦੇ ਨਕਸ਼ੇ ਤੇ ਨਹੀਂ ਕਹਿੰਦਾ, ਦੇਸ਼ ਦੇ ਚਿਹਰੇ ਤੇ ਇੱਕ ਵੱਡਾ ਧੱਬਾ ਜਿਹੜਾ ਕੂੜੇ ਦਾ ਢੇਰ ਮਾਊਂਟ ਐਵਰੈਸਟ ਬਣਿਆ ਹੈਗਾ ਨਾ, ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਜਿੱਥੇ ਪੂਰੀ ਦੁਨੀਆ ਦੇ ਲੋਕ ਆਉਂਦੇ ਨੇ। ਹਰ ਕੰਟਰੀ ਦਾ ਉੱਥੇ ਉਹ ਹਾਈ ਕਮਿਸ਼ਨ ਦਾ ਦਫ਼ਤਰ ਹੈਗਾ ਨਾ, ਤੇ ਉਹ ਸਾਡੇ ਦੇਸ਼ ਦੇ ਉੱਪਰ ਇੱਕ ਧੱਬਾ ਸੀ। ਉਹ ਬੀਜੇਪੀ 15 ਸਾਲਾਂ ਦੇ ਵਿੱਚ ਉਹ ਧੱਬੇ ਦਾ ਜਿਹੜਾ ਗੰਦ ਆ ਉੱਥੋਂ ਨਹੀਂ ਚੱਕ ਸਕੀ। ਲੋਕਾਂ ਨੂੰ ਇਹ ਵੀ ਗੁੱਸਾ, ਔਰ ਲੋਕਾਂ ਨੇ ਇਹ ਵੀ ਦੇਖ ਲਿਆ ਕਿ ਜੇ ਮਹੱਲਾ ਕਲੀਨਿਕ ਦਿੱਲੀ 'ਚ ਹਿੱਟ ਹੋ ਗਏ ਨੇ, ਲੋਕਾਂ ਨੂੰ ਐਜੂਕੇਸ਼ਨ ਮਿਲ ਰਹੀ ਹੈਗੀ, ਤੇ ਇਸ ਕਰਕੇ ਬੀਜੇਪੀ ਉੱਥੇ ਜਿਹੜੇ ਦਿੱਲੀ ਦੀ ਜਨਤਾ ਨੇ ਬੀਜੇਪੀ ਨੂੰ ਨਹੀਂ ਪਸੰਦ ਕੀਤਾ। ਔਰ ਸਭ ਤੋਂ ਵੱਡੀ ਗੱਲ ਕਿ ਬੀਜੇਪੀ ਨੇ ਦਿੱਲੀ ਦੇ ਵਿੱਚ ਕੋਈ ਆਪਣਾ ਚਿਹਰਾ ਨਹੀਂ ਬਣਾਇਆ। ਮਦਨ ਲਾਲ ਖਰਾਨਾ ਹੁੰਦੇ ਸੀ, ਉਹ ਚਿਹਰਾ, ਫਿਰ ਉਸ ਤੋਂ ਬਾਅਦ ਉਹ ਆ ਗਈ ਸੁਸ਼ਮਾ ਸਵਰਾਜ ਆ ਗਈ, ਫਿਰ ਡਾਕਟਰ ਹਰਸ਼ਵਰਧਨ ਚਿਹਰਾ ਸੀ। ਅਸਲ 'ਚ ਬੀਜੇਪੀ ਦੀ ਇੱਕ ਪ੍ਰੋਬਲਮ ਹੋ ਗਿਆ, ਬੀਜੇਪੀ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਚਿਹਰਾ, ਉਹ ਨਰਿੰਦਰ ਮੋਦੀ। ਚਾਹੇ ਨਰਿੰਦਰ ਮੋਦੀ ਦੀ ਅਗਵਾਈ 'ਚ ਪਾਰਲੀਮੈਂਟ ਲੜੀ ਜਾਓ, ਚਾਹੇ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ 'ਚ ਸੂਬਾ ਅਸੈਂਬਲੀਆਂ ਲੜੀ ਚਲੋ, ਚਾਹੇ ਨਰਿੰਦਰ ਮੋਦੀ ਦੀ ਅਗਵਾਈ 'ਚ MC ਦੀਆਂ ਵੋਟਾਂ ਲੜੀ ਚਲੋ, ਉਹਨਾਂ ਨੇ ਇੱਕੋ ਚਿਹਰਾ ਬਣਾ ਰੱਖਿਆ, ਵਨ ਮੈਨ ਸ਼ੋਅ ਜਾਂ ਵਨ ਮੈਨ, ਉਹ ਕਹਿ ਸਕਦੇ ਕਿ ਇੱਕੋ ਹੀ ਆ, ਸੈਂਟਰਿਕ ਪਾਵਰ ਆ। ਹੈਦਰਾਬਾਦ 'ਚ ਜਦੋਂ ਹੋਈਆਂ ਸੀ ਉੱਥੇ ਨਰਿੰਦਰ ਮੋਦੀ ਸਾਹਿਬ ਗਏ, ਜੇ ਬੰਗਾਲ 'ਚ ਚੋਣਾਂ ਹੋਈਆਂ ਨਰਿੰਦਰ ਮੋਦੀ ਸਾਹਿਬ ਚਿਹਰਾ, ਹਰਿਆਣੇ 'ਚ ਚੋਣਾਂ ਹੋਈਆਂ ਤੇ ਨਰਿੰਦਰ ਮੋਦੀ ਚਿਹਰਾ, ਹਿਮਾਚਲ 'ਚ ਹੋਈਆਂ ਨਰਿੰਦਰ ਮੋਦੀ ਚਿਹਰਾ। ਤੇ ਦਿੱਲੀ ਦੇ ਵਿੱਚ ਵੀ ਬੀਜੇਪੀ ਨੇ ਆਪਣੀ ਲੀਡਰਸ਼ਿਪ ਉੱਥੇ ਚਿਹਰਾ ਉੱਗਣ ਨਹੀਂ ਦਿੱਤਾ, ਉੱਠਣ ਨਹੀਂ ਦਿੱਤਾ। ਇੱਥੇ ਆਮ ਆਦਮੀ ਪਾਰਟੀ ਕੋਲ ਚਿਹਰਾ, ਅਰਵਿੰਦ ਕੇਜਰੀਵਾਲ ਵੀ, ਮਨੀਸ਼ ਸਿਸੋਦੀਆ ਵੀ, ਔਰ ਦੂਜਾ ਬੀਜੇਪੀ ਨੇ ਐਡੀ ਝੋਟੀ ਦਾ ਜ਼ੋਰ ਲਾਇਆ ਸੀ ਆਮ ਆਦਮੀ ਪਾਰਟੀ ਨੂੰ ਲੈ ਕੇ, ਸਤਿੰਦਰ ਜੈਨ ਫੜ ਲਏ ਵੀ ਇਹਨਾਂ ਚੋਣਾਂ 'ਚ ਫਾਇਦਾ ਹੋਊਗਾ, ਮਨੀਸ਼ ਸਿਸੋਦੀਆ, ED CBI ਸਭ ਕੁਛ ਇਹਨਾਂ ਚੋਣਾਂ 'ਚ ਫਾਇਦਾ ਹੋਊਗਾ। ਉਹ ਬੀਜੇਪੀ ਨੂੰ ਫਾਇਦਾ ਨਹੀਂ ਹੋਇਆ। ਲੋਕਾਂ ਨੂੰ ਜਿਹੜੀ ਲੋਕਲ ਸਰਕਾਰ ਕਹਿੰਦੇ ਨਾ, ਆਪਾਂ ਇਸੇ ਕਰਕੇ ਲੋਕ ਕਹਿੰਦੇ ਕਿ ਸਾਨੂੰ ਫਾਇਦਾ ਕੌਣ ਦੇ ਸਕਦਾ, ਸਾਡੇ ਦੁੱਖ ਤਕਲੀਫ, ਸਾਡਾ ਬਿਜਲੀ ਪਾਣੀ, ਸਾਡੀ ਸਫਾਈ, ਸਾਡਾ ਜੋ ਵੀ ਕੁਝ, ਤੇ ਉਹ ਕੌਣ ਉਹ ਸਾਨੂੰ ਫਾਇਦਾ ਜਾਂ ਸਾਨੂੰ ਤਵੱਕੋ ਕਿਸ ਤੋਂ, ਸਾਨੂੰ ਇਨਸਾਫ ਕਿੱਥੋਂ ਮਿਲੂਗਾ। ਲੋਕਾਂ ਨੇ ਅਰਵਿੰਦ ਕੇਜਰੀਵਾਲ ਤੇ ਮੋਹਰ ਲਾਤੀ, ਦਿੱਲੀ ਜਿੱਤੇ ਨੇ। ਹਲੇ ਕੱਲ ਹਿਮਾਚਲ ਦਾ ਤੇ ਉਹਦਾ ਆਣਾ ਗੁਜਰਾਤ ਦਾ, ਉੱਥੇ ਭਾਵੇਂ ਉਹਨਾਂ ਦੀ ਸਰਕਾਰ ਨਹੀਂ ਬਣਦੀ, ਉੱਥੇ ਭਾਵੇਂ ਹਿਮਾਚਲ 'ਚ ਇਹਨਾਂ ਦੀਆਂ ਜ਼ਮਾਨਤਾਂ ਜਦ ਬਚ ਜਾਣ, ਇੰਨੀ ਬਹੁਤ ਗੱਲ ਆ। ਉੱਥੇ ਜਿੱਦਾਂ ਕਿ 5-7 ਸੀਟਾਂ ਆ ਜਾਣਗੀਆਂ, ਉਹ ਵੀ ਵੱਡੀ ਗੱਲ ਆ। ਪਰ ਦਿੱਲੀ ਦੇ ਵਿੱਚ ਜਿਵੇਂ ਪਹਿਲਾਂ 15 ਸਾਲ ਪਹਿਲਾਂ ਲਗਾਤਾਰ ਸਰਕਾਰ ਬਣੀ ਸੀ ਸ਼ੀਲਾ ਦੀਕਸ਼ਤ ਦੀ, ਅਰਵਿੰਦ ਕੇਜਰੀਵਾਲ ਆ ਗਿਆ, ਸ਼ੀਲਾ ਦੀਕਸ਼ਤ ਕਹਿੰਦੀ ਕੌਣ ਹੈ ਅਰਵਿੰਦ ਕੇਜਰੀਵਾਲ, 3 ਵਾਰ ਇਹਨਾਂ ਦੀ ਸਰਕਾਰ ਬਣ ਗਈ। ਮਿਊਨਿਸਪਲ ਨਗਰ ਨਿਗਮ ਤੇ ਵੀ ਬੀਜੇਪੀ ਦਾ 15 ਸਾਲ ਤੋਂ ਕਬਜ਼ਾ ਹੀ, ਅਰਵਿੰਦ ਕੇਜਰੀਵਾਲ ਆ ਗਿਆ। ਪੰਜਾਬ ਦੇ ਲੋਕਾਂ ਨੇ ਹੁਣ ਦੇਖਣਾ ਹੈਗਾ, ਪੰਜਾਬ ਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਸ਼ਨ ਮਨਾ ਲਏ ਨੇ। ਦਿੱਲੀ ਆਮ ਆਦਮੀ ਪਾਰਟੀ ਬਰਕਰਾਰ ਆ ਕੰਮਕਾਜ ਲੈ ਕੇ, ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 8 ਮਹੀਨਿਆਂ 'ਚ ਕੰਮ ਨਹੀਂ ਕਰ ਪਾਈ। ਨਹੀਂ ਤੇ ਕਦੀ ਵੀ ਬਾਈ ਇਲੈਕਸ਼ਨ ਜਿਹੜੀ ਸੰਗਰੂਰ ਵਾਲੇ ਨਹੀਂ ਹਾਰ ਸਕਦੇ ਸੀ, ਇਹਨਾਂ ਨੇ ਹਾਰੀ। ਵਜ੍ਹਾ ਬਹੁਤ ਸਾਰੀਆਂ ਕਿ 3 ਮਹੀਨਿਆਂ 'ਚ ਕੰਮ ਨਹੀਂ, 8 ਮਹੀਨਿਆਂ 'ਚ ਬਿਲਕੁਲ ਕੰਮ ਨਹੀਂ। ਹੁਣ ਦਿੱਲੀ ਦਾ ਇਹਨਾਂ ਟੈਸਟ ਪਾਸ ਕਰ ਲਿਆ,
ਆਪਣੇ ਅਗਲੇ ਸਾਲ ਮਿਊਨਿਸਪਲ ਕਾਰਪੋਰੇਸ਼ਨ ਦੀਆਂ 4 ਸ਼ਹਿਰਾਂ ਦੀਆਂ ਵੋਟਾਂ ਪੈਣੀਆਂ ਹੈਗੀਆਂ। ਉਦੋਂ ਆਮ ਆਦਮੀ ਪਾਰਟੀ ਦਾ ਇੱਥੇ ਕੀ ਇਮਤਿਹਾਨ ਰਹਿੰਦਾ, ਉਹ ਮਹੱਤਵਪੂਰਨ ਆ। ਉਹ ਤੇ ਗਿਆ ਸੰਗਰੂਰ ਤੇ ਗਈ ਇਹਨਾਂ ਦੇ ਹੱਥੋਂ, ਕਿਉਂਕਿ ਹਾਰ ਗਏ, 3 ਮਹੀਨਿਆਂ 'ਚ ਹਾਰ ਗਏ। ਮਿਊਨਿਸਪਲ ਕਾਰਪੋਰੇਸ਼ਨ ਦੀ ਜਦੋਂ ਚੋਣ ਆਏਗੀ ਉਦੋਂ ਪਤਾ ਲੱਗੂਗਾ ਕਿ ਪੰਜਾਬ ਦੀ ਉਦੋਂ ਨੂੰ ਇਹਨਾਂ ਨੂੰ 1.5 ਸਾਲ ਕਰੀਬ ਹੋ ਜਾਣਾ ਵੀ 1.5 ਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਕੰਮ ਕਰ ਪਏ ਜਿਹੜੇ ਇਹਨਾਂ ਨੇ ਗਰੰਟੀਆਂ ਦਿੱਤੀਆਂ, ਸਵਾਏ ਇੱਕ ਬਿਜਲੀ ਵਾਲੀ ਗਰੰਟੀ ਹੋਈ ਆ ਕਿ ਇਹ ਉੱਥੇ ਮਹੱਲਾ ਕਲੀਨਿਕ 'ਚ ਲੋਕਾਂ ਨੂੰ ਫਾਇਦਾ ਹੋਇਆ, ਸਕੂਲ ਐਜੂਕੇਸ਼ਨ ਸਿਸਟਮ ਸੁਧਾਰਿਆ, ਕਰਪਸ਼ਨ ਘਟੀ ਆ। ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਹੁਣ ਲੋਕੀ ਜਿਹੜੇ ਤੋਲਣਗੇ ਨਾ, ਜਦੋਂ ਵੇਖੂ ਪਤਾ ਲੱਗੂਗਾ ਕਿ ਹਾਂ ਖਰੀ ਉਤਰਦੇ ਕਿ ਨਹੀਂ ਉਤਰੇ, ਉਹ ਫਿਰ ਜਿਹੜੀਆਂ ਲੋਕਲ ਵੋਟਾਂ ਪੈਣੀਆਂ ਆਪਣੇ ਨਗਰ ਨਿਗਮ ਦੀਆਂ, ਉਦੋਂ ਪਤਾ ਲੱਗੂਗਾ ਕਿ ਵਾਕਈ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ। ਲੇਕਿਨ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਬੀਜੇਪੀ ਨੂੰ ਚੁਣੌਤੀ ਦੇ ਦਿੱਤੀ ਹੈਗੀ ਆ ਕਿ ਦਿੱਲੀ ਜਿੱਤ ਲਈ। ਪਰ ਨਾਲ ਦੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਭਾਰਤ ਜੋੜੋ ਕਰ ਰਹੀ ਹੈ, ਅਗਵਾਈ ਕਰ ਰਹੀ ਹੈ ਰਾਹੁਲ ਗਾਂਧੀ ਦੇ, ਗੁਜਰਾਤ 27 ਸਾਲ ਤੋਂ ਬੀਜੇਪੀ ਦਾ ਝੰਡਾ, ਕੱਲ ਰਿਜ਼ਲਟ ਉਹਨਾਂ ਦੀ ਕਹਿ ਰਹੇ ਸਰਕਾਰ ਬਣੀ, ਜੋ ਐਗਜ਼ਿਟ ਪੋਲ ਆਏ ਨੇ 32 ਸਾਲ ਤੋਂ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਤੇ ਉੱਥੋਂ ਕਾਂਗਰਸ ਬਿਲਕੁਲ ਸਫਾਇਆ ਹੋ ਗਈ। ਦਿੱਲੀ ਤਾਂ ਬਿਲਕੁਲ ਸਫਾਇਆ। ਦੇਖੋ 15 ਸਾਲਾਂ ਦੇ ਵਿੱਚ ਜਿਹੜੀ ਪਾਰਟੀ 3 ਵਾਰ ਸਰਕਾਰ ਬਣਾਈ ਗਈ ਹੋਵੇ, ਨੰਬਰ 1 ਸਰਕਾਰ ਹੀ ਸ਼ੀਲਾ ਦੀਕਸ਼ਿਤ ਦੀ, ਠੀਕ ਹੈ, ਉੱਥੇ ਅਜੇ ਉਹਨਾਂ ਕੋਲ 9 ਕਾਉਂਸਲਰ ਰਹਿ ਗਏ ਨੇ। ਜਿਹੜੀ ਕਾਂਗਰਸ ਖਤਮ ਹੋ ਗਈ ਆ, ਉਹ ਅਲਟਰਨੇਟਿਵ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਤੇ ਬਣ ਗਿਆ ਆਮ ਆਦਮੀ ਪਾਰਟੀ। ਹੁਣ ਇਹ ਦਿੱਲੀ ਤੋਂ ਨਿਕਲ ਕੇ ਅਲਟਰਨੇਟਿਵ ਕਿਤੇ ਆਮ ਆਦਮੀ ਪਾਰਟੀ ਬਣ ਗਈ ਆ। ਪੰਜਾਬ 'ਚ ਜਗ੍ਹਾ ਬਣਾ ਕੇ ਗੁਜਰਾਤ ਦੇ ਵਿੱਚ ਜਿੰਨੀਆਂ ਵੀ ਆਉਂਦੀਆਂ, ਚਾਹੇ 5 ਆਉਣ, ਚਾਹੇ 7 ਆਉਣ, ਚਾਹੇ 9 ਆਉਣ, ਉੱਥੇ ਵੀ ਫਿਰ ਬੀਜੇਪੀ ਨੂੰ ਨਹੀਂ ਇੰਨਾ ਚੈਲੰਜ ਹੈਗਾ ਜਿੰਨਾ ਕਾਂਗਰਸ ਨੂੰ ਹੋ ਗਿਆ ਕਿ ਜਿੱਥੇ ਜਿੱਥੇ ਕਾਂਗਰਸ ਖਤਮ ਹੋ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਉੱਭਰ ਰਹੀ ਹੈ। ਜੀ ਸ਼ੁਕਰੀਆ, ਧੰਨਵਾਦ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ 2 ਮਸਲਿਆਂ ਤੇ ਅਸੀਂ ਗੱਲਬਾਤ ਕੀਤੀ ਹੈ। ਇਹਨਾਂ ਮਸਲਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।